ਫਾਰਮੇਟਿਵ ਅਸੈਸਮੈਂਟ ਸੀਡੀਪੀ ਦਾ ਟੌਪਿਕ ਜਿੱਥੇ ਸਭ ਤੋਂ ਜ਼ਿਆਦਾ ਐਸਪੀਰੈਂਟਸ ਗਲਤੀ ਕਰਦੇ ਨੇ ਤੇ ਸਵਾਲ ਉਹ ਤਾਂ ਪੱਕਾ ਹੀ ਆਉਂਦਾ ਹੈ। ਸੋ ਪੀਐਸਟੀਟੀ ਸੀਟੈਟ ਪ੍ਰੈਪ ਤੇ ਤੁਹਾਡਾ ਸਭ ਦਾ ਸਵਾਗਤ ਹੈ। ਅੱਜ ਇਸ ਕਨਫਿਊਜ਼ਨ ਦੀ ਜੜ ਫੜਾਂਗੇ ਤੇ ਤੁਹਾਡੇ ਨੰਬਰ ਪੱਕੇ ਕਰਾਂਗੇ। ਚਲੋ ਇਸ ਨੂੰ ਡੀਕੋਡ ਕਰੀਏ। ਚਲੋ ਇੱਕ ਬਹੁਤ ਹੀ ਬੇਸਿਕ ਸਵਾਲ ਨਾਲ ਸ਼ੁਰੂ ਕਰਦੇ ਹਾਂ। ਕੀ ਕਲਾਸਰੂਮ ਵਿੱਚ ਹੋਣ ਵਾਲੇ ਹਰ ਇੱਕ ਟੈਸਟ ਦਾ ਮਕਸਦ ਸਿਰਫ A+, B ਗ੍ਰੇਡ ਜਾਂ ਫਿਰ ਨੰਬਰ ਦੇਣਾ ਹੁੰਦਾ ਹੈ? ਜੇ ਤੁਹਾਡਾ ਜਵਾਬ ਹਾਂ ਹੈ ਤਾਂ ਸ਼ਾਇਦ ਸੀਟੇਟ ਵਿੱਚ ਤੁਹਾਡੇ ਨੰਬਰ ਇਸੇ ਕਰਕੇ ਕੱਟ ਰਹੇ ਨੇ। ਆਓ ਪਤਾ ਕਰੀਏ ਕਿਉਂ। ਠੀਕ ਹੈ, ਸੈਕਸ਼ਨ 1 ਪਹਿਲਾਂ ਆਪਾਂ ਨੀਂਹ ਮਜ਼ਬੂਤ ਕਰਦੇ ਆ। ਸਿੱਧਾ ਸਵਾਲ ਸੋਲਵ ਕਰਨ ਤੋਂ ਪਹਿਲਾਂ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਫਾਰਮੇਟਿਵ ਅਸੈਸਮੈਂਟ ਦਾ ਅਸਲੀ ਵਾਈ ਕੀ ਹੈ। ਵਾਟਸ ਦ ਬਿਗ ਆਈਡੀਆ, ਰਾਈਟ? ਓਕੇ, ਆ ਗੋਲਡਨ ਰੂਲ ਹੈ, ਇਸ ਨੂੰ ਧਿਆਨ ਨਾਲ ਸੁਣਨਾ। ਫਾਰਮੇਟਿਵ ਅਸੈਸਮੈਂਟ ਹੈ ਅਸੈਸਮੈਂਟ ਫॉर ਲਰਨਿੰਗ, ਅਸੈਸਮੈਂਟ ਆਫ ਲਰਨਿੰਗ ਨਹੀਂ। ਦੇਖੋ, ਸਿਰਫ ਫॉर ਤੇ ਆਫ ਦਾ ਫਰਕ ਹੈ, ਪਰ ਇਹੀ ਪੂਰੀ ਗੇਮ ਬਦਲ ਦਿੰਦਾ ਹੈ। ਇੱਕ ਹੈ ਸਫ਼ਰ ਦੇ ਦੌਰਾਨ ਮਦਦ ਕਰਨਾ ਤੇ ਦੂਜਾ ਹੈ ਮੰਜ਼ਿਲ ਤੇ ਪਹੁੰਚ ਕੇ ਜੱਜ ਕਰਨਾ। ਫਾਰਮੇਟਿਵ ਹਮੇਸ਼ਾ ਸਫ਼ਰ ਦੀ ਗੱਲ ਕਰਦਾ ਹੈ। ਸੋ ਇਸ ਦਾ ਅਸਲ ਮਕਸਦ ਕੀ ਹੈ? ਇੱਥੇ ਟੀਚਰ ਨੂੰ ਇੱਕ ਜੱਜ ਦੇ ਤੌਰ ਤੇ ਨਹੀਂ ਬਲਕਿ ਇੱਕ ਡਾਕਟਰ ਦੇ ਤੌਰ ਤੇ ਸੋਚੋ। ਮਕਸਦ ਫੇਲ ਦਾ ਠੱਪਾ ਲਾਉਣਾ ਬਿਲਕੁਲ ਨਹੀਂ ਹੈ। ਮਕਸਦ ਹੈ ਲਰਨਿੰਗ ਗੈਪਸ ਨੂੰ ਲੱਭਣਾ, ਉਹ ਅਸਲ ਜਗ੍ਹਾ ਜਿੱਥੇ ਬੱਚੇ ਨੂੰ ਮੁਸ਼ਕਿਲ ਆ ਰਹੀ ਹੈ। ਫਿਰ ਇੱਕ ਦਵਾਈ ਵਾਂਗ ਸਪੈਸਿਫਿਕ ਫੀਡਬੈਕ ਦੇਣਾ ਤੇ ਸਭ ਤੋਂ ਜ਼ਰੂਰੀ, ਟੀਚਰ ਉਸ ਫੀਡਬੈਕ ਦੇ ਆਧਾਰ ਤੇ ਆਪਣੇ ਪੜਾਉਣ ਦੇ ਤਰੀਕੇ ਨੂੰ ਐਡਜਸਟ ਕਰਦਾ ਹੈ। ਸਾਰਾ ਫੋਕਸ ਡਿਵੈਲਪਮੈਂਟ ਤੇ ਹੈ, ਜਜਮੈਂਟ ਤੇ ਨਹੀਂ। ਚਲੋ ਜੀ, ਹੁਣ ਆ ਗਈ ਸਭ ਤੋਂ ਜ਼ਰੂਰੀ ਲੜਾਈ, ਫਾਰਮੇਟਿਵ ਵਰਸਸ ਸਮੇਟਿਵ। ਮੈਂ ਦੱਸ ਰਿਹਾ ਹਾਂ, ਸੀਟੈਟ ਦੇ ਪੈਡਾਗੋਜੀ ਦੇ ਸਵਾਲਾਂ ਵਿੱਚ ਸਭ ਤੋਂ ਜ਼ਿਆਦਾ ਕਨਫਿਊਜ਼ਨ ਇਸੇ ਪੁਆਇੰਟ ਤੇ ਹੁੰਦੀ ਹੈ। ਅੱਜ ਇਸ ਨੂੰ ਹਮੇਸ਼ਾ ਲਈ ਖਤਮ ਕਰ ਦੇਣਾ ਹੈ। ਇਹ ਫਰਕ ਬਹੁਤ ਹੀ ਸਿੰਪਲ ਹੈ। ਜਿਵੇਂ ਇੱਕ ਸ਼ੈਫ ਸੂਪ ਬਣਾਉਂਦੇ ਹੋਏ ਉਸ ਨੂੰ ਚਮਚ ਨਾਲ ਟੇਸਟ ਕਰਦਾ ਹੈ ਤਾਂ ਕਿ ਉਸ ਨੂੰ ਹੋਰ ਬਿਹਤਰ ਬਣਾ ਸਕੇ, ਉਹ ਹੈ ਫਾਰਮੇਟਿਵ। ਤੇ ਜਦੋਂ ਉਹੀ ਸੂਪ ਮਹਿਮਾਨ ਦੇ ਸਾਹਮਣੇ ਆਉਂਦਾ ਹੈ ਤੇ ਉਹ ਟੇਸਟ ਕਰਕੇ ਉਸ ਨੂੰ ਜੱਜ ਕਰਦਾ ਹੈ, ਉਹ ਹੈ ਸਮੇਟਿਵ। ਇੱਕ ਡਾਇਗਨੋਸਟਿਕ ਹੈ, ਡਿਊਰਿੰਗ ਲਰਨਿੰਗ ਹੁੰਦਾ ਹੈ, ਚੀਜ਼ਾਂ ਨੂੰ ਠੀਕ ਕਰਨ ਲਈ। ਦੂਜਾ ਇਵੈਲੂਏਟਿਵ ਹੈ, ਆਫਟਰ ਲਰਨਿੰਗ ਹੁੰਦਾ ਹੈ, ਫਾਈਨਲ ਗ੍ਰੇਡ ਦੇਣ ਲਈ। ਫਾਰਮੇਟਿਵ ਫੀਡਬੈਕ ਤੇ ਚੱਲਦਾ ਹੈ, ਸਮੇਟਿਵ ਫਾਈਨਲ ਸਕੋਰ ਤੇ। ਥਿਊਰੀ ਤਾਂ ਹੁਣ ਤੱਕ ਕਲੀਅਰ ਹੋ ਗਈ ਹੈ ਨਾ? ਪਰ ਫਿਊਚਰ ਟੀਚਰਸ ਦੇ ਤੌਰ ਤੇ ਆਓ ਦੇਖੀਏ ਕਿ ਇੱਕ ਫਾਰਮੇਟਿਵ ਕਲਾਸਰੂਮ ਅਸਲ ਵਿੱਚ ਪ੍ਰੈਕਟਿਸ 'ਚ ਕਿਵੇਂ ਦਾ ਦਿਖਦਾ ਹੈ। ਹਾਊ ਡਜ਼ ਦਿਸ ਐਕਚੁਅਲੀ ਵਰਕ? ਜਿਵੇਂ ਕਿ ਇੱਕ ਟੀਚਰ ਗਰੁੱਪ ਡਿਸਕਸ਼ਨ ਨੂੰ ਆਬਜ਼ਰਵ ਕਰ ਰਿਹਾ ਹੈ, ਉਹ ਫਾਰਮੇਟਿਵ ਹੈ। ਇੱਕ ਸਟੂਡੈਂਟ ਪ੍ਰੈਜ਼ੈਂਟੇਸ਼ਨ ਦੇ ਰਿਹਾ ਹੈ ਤੇ ਟੀਚਰ ਸੁਧਾਰ ਲਈ ਨੋਟਸ ਬਣਾ ਰਿਹਾ ਹੈ, ਉਹ ਵੀ ਫਾਰਮੇਟਿਵ ਹੈ। ਰਾਈਟਿੰਗ ਦਾ ਪੂਰਾ ਸਾਈਕਲ, ਪਹਿਲਾ ਡਰਾਫਟ, ਫਿਰ ਟੀਚਰ ਦਾ ਫੀਡਬੈਕ ਤੇ ਫਿਰ ਦੂਜਾ ਡਰਾਫਟ, ਇਹ ਤਾਂ ਫਾਰਮੇਟਿਵ ਅਸੈਸਮੈਂਟ ਦਾ ਦਿਲ ਹੈ। ਧਿਆਨ ਦਿਓ, ਇੱਥੇ ਮਕਸਦ ਫਾਈਨਲ ਨੰਬਰ ਨਹੀਂ, ਹਰ ਕਦਮ ਤੇ ਸੁਧਾਰ ਕਰਨਾ ਹੈ। ਤੇ ਇਹ ਨੇ ਇੱਕ ਫਾਰਮੇਟਿਵ ਟੀਚਰ ਦੇ ਹਥਿਆਰ, ਐਨੈਕਡੋਟਲ ਰੈਕਰਡਸ ਯਾਨੀ ਟੀਚਰ ਦੇ ਛੋਟੇ-ਛੋਟੇ ਨੋਟਸ, ਚੈੱਕਲਿਸਟਸ ਤੇ ਸਭ ਤੋਂ ਇੰਪੋਰਟੈਂਟ ਹੈ ਪੋਰਟਫੋਲੀਓ। ਸੀਟੀਟੀ ਦਾ ਤਾਂ ਇਹ ਫੇਵਰਿਟ ਹੈ। ਪੋਰਟਫੋਲੀਓ ਬੱਚੇ ਦੀ ਸਮੇਂ ਦੇ ਨਾਲ ਹੋਈ ਪ੍ਰੋਗਰੈਸ ਦਾ ਇੱਕ ਪੂਰਾ ਰਿਕਾਰਡ ਹੁੰਦਾ ਹੈ, ਜੋ ਕਿ ਫਾਰਮੇਟਿਵ ਅਸੈਸਮੈਂਟ ਦਾ ਅਸਲੀ ਰੂਪ ਹੈ। ਇੱਥੇ ਫੀਡਬੈਕ ਦੀ ਪਾਵਰ ਸਾਫ਼ ਦਿਖਦੀ ਹੈ। ਇੱਕ ਟੀਚਰ ਦਾ ਕਹਿਣਾ ਇੰਪਰੂਵ ਯੋਰ ਗ੍ਰਾਮਰ ਇੱਕ ਬੇਕਾਰ ਫੀਡਬੈਕ ਹੈ, ਸਟੂਡੈਂਟ ਇਸ ਨਾਲ ਕੀ ਕਰੇਗਾ, ਹੈ ਨਾ? ਪਰ ਇੱਕ ਫਾਰਮੇਟਿਵ ਟੀਚਰ ਕਹਿੰਦਾ ਹੈ ਫੋਕਸ ਔਨ ਯੋਰ ਸਬਜੈਕਟ ਵਰਬ ਅਗਰੀਮੈਂਟ ਸਪੈਸਿਫਿਕਲੀ ਇਨ ਪਾਸਟ ਟੈਂਸ ਸੈਂਟੈਂਸਸ। ਫਰਕ ਦੇਖਿਆ? ਇਹ ਸਪੈਸਿਫਿਕ ਹੈ, ਕੰਸਟਰਕਟਿਵ ਹੈ ਤੇ ਐਕਸ਼ਨੇਬਲ ਹੈ। ਇਹੀ ਤਾਂ ਫਾਰਮੇਟਿਵ ਸਪਿਰਿਟ ਹੈ। ਚਲੋ ਹੁਣ ਆਉਂਦੇ ਹਾਂ ਸਭ ਤੋਂ ਕ੍ਰੂਸ਼ਲ ਸੈਕਸ਼ਨ ਤੇ, ਸੀਟੈਟ ਦਾ ਐਗਜ਼ਾਮੀਨਰ ਸਵਾਲ ਨੂੰ ਕਿਵੇਂ ਘੁਮਾਉਂਦਾ ਹੈ ਤੇ ਐਸਪੀਰੈਂਟਸ ਨੂੰ ਕਿਵੇਂ ਫਸਾਉਂਦਾ ਹੈ। ਆਓ ਇਸ ਕੋਡ ਨੂੰ ਕ੍ਰੈਕ ਕਰੀਏ। ਇਸ ਲਾਈਨ ਤੇ ਪੂਰਾ ਧਿਆਨ ਦੇਣਾ, ਇਹ ਇੱਕ ਕਲਾਸਿਕ ਸੀਟੈਟ ਸਵਾਲ ਹੈ। ਇੱਕ ਟੀਚਰ ਹਰ ਹਫਤੇ ਟੈਸਟ ਲੈਂਦਾ ਹੈ ਤੇ ਨੰਬਰ ਰਿਕਾਰਡ ਕਰਦਾ ਹੈ। 90% ਐਸਪੀਰੈਂਟਸ ਵੀਕਲੀ ਸ਼ਬਦ ਦੇਖਦੇ ਹੀ ਇਸ ਨੂੰ ਫਾਰਮੇਟਿਵ ਮਾਰਕ ਕਰ ਦਿੰਦੇ ਨੇ। ਐਂਡ ਦੈਟ ਇਜ਼ ਦ ਟ੍ਰੈਪ। ਧੋਖਾ ਹੈ ਫ੍ਰੀਕੁਐਂਸੀ, ਯਾਨੀ ਕਿੰਨੀ ਵਾਰ ਹੋ ਰਿਹਾ ਹੈ। ਕੋਈ ਚੀਜ਼ ਰੋਜ਼ ਹੋ ਰਹੀ ਹੈ ਜਾਂ ਹਫਤੇ ਵਿੱਚ, ਇਸ ਨਾਲ ਉਹ ਫਾਰਮੇਟਿਵ ਨਹੀਂ ਬਣ ਜਾਂਦੀ। ਕੀ ਇਹ ਨਹੀਂ ਕਿ ਟੈਸਟ ਕਦੋਂ ਹੋ ਰਿਹਾ ਹੈ, ਕੀ ਇਹ ਹੈ ਕਿ ਉਸ ਟੈਸਟ ਦੇ ਨਤੀਜੇ ਨਾਲ ਹੋ ਕੀ ਰਿਹਾ ਹੈ। ਤਾਂ ਅਸਲੀ ਕੀ ਹੈ? ਉਹ ਇਹ ਹੈ ਟੈਸਟ ਤੋਂ ਬਾਅਦ ਕੀ ਹੋਇਆ, ਕਿ ਟੀਚਰ ਨੇ ਰਿਜ਼ਲਟ ਨੂੰ ਯੂਜ਼ ਕਰਕੇ ਆਪਣੀ ਟੀਚਿੰਗ ਬਦਲੀ। ਜੇ ਸਵਾਲ ਵਿੱਚ ਤੁਹਾਨੂੰ ਟੀਚਰ ਐਨਾਲਾਈਜ਼ਸ ਐਰਰਸ ਐਂਡ ਮੋਡੀਫਾਈਜ਼ ਇਨਸਟਰਕਸ਼ਨ ਵਰਗੀ ਲਾਈਨ ਦਿਖਦੀ ਹੈ ਤਾਂ ਸਮਝੋ ਉਹੀ ਫਾਰਮੇਟਿਵ ਦਾ ਪੱਕਾ ਸਿਗਨਲ ਹੈ। ਜੇ ਕੋਈ ਐਕਸ਼ਨ ਨਹੀਂ ਤਾਂ ਉਹ ਫਾਰਮੇਟਿਵ ਨਹੀਂ ਹੈ। ਐਕਸ਼ਨ ਇਜ਼ ਐਵਰੀਥਿੰਗ। ਚਲੋ ਹੁਣ ਐਗਜ਼ਾਮ ਲਈ ਕੁਝ ਮੈਮਰੀ ਟ੍ਰਿਕਸ ਯਾਦ ਰੱਖੋ। F for formative, F for feedback, F for fix। ਮਤਲਬ ਪਹਿਲਾ ਫੀਡਬੈਕ ਫਿਰ ਉਸ ਨੂੰ ਫਿਕਸ ਕਰਨਾ। ਫਾਰਮੂਲਾ ਹੈ ਅਸੈਸਮੈਂਟ ਪਲੱਸ ਐਨਾਲਿਸਿਸ ਪਲੱਸ ਐਕਸ਼ਨ। ਇਹ ਤਿੰਨੋਂ ਮਿਲ ਕੇ ਫਾਰਮੇਟਿਵ ਬਣਾਉਂਦੇ ਨੇ। ਤੇ ਵਾਰਨਿੰਗ,
ਵੀਕਲੀ ਮੰਥਲੀ ਵਰਗੇ ਸ਼ਬਦਾਂ ਨੂੰ ਇਗਨੋਰ ਕਰੋ। ਇੰਪਰੂਵਮੈਂਟ, ਰਿਮੀਡੀਅਲ, ਮੋਡੀਫਾਈ ਵਰਗੇ ਸ਼ਬਦਾਂ ਨੂੰ ਲੱਭੋ। ਹੁਣ ਤੱਕ ਜੋ ਸਿੱਖਿਆ ਹੈ ਉਸ ਨੂੰ ਟੈਸਟ ਕਰਨ ਦਾ ਟਾਈਮ ਆ ਗਿਆ ਹੈ। ਚਲੋ CTET ਲੈਵਲ ਦੇ 5 MCQ ਸੋਲਵ ਕਰਦੇ ਹਾਂ। ਸਭ ਨੇ ਐਕਟਿਵ ਹੋ ਕੇ ਪਾਰਟਿਸਿਪੇਟ ਕਰਨਾ ਹੈ। ਠੀਕ ਹੈ, ਪਹਿਲਾ ਸਵਾਲ ਤੁਹਾਡੀ ਸਕਰੀਨ ਤੇ। ਫਾਰਮੇਟਿਵ ਅਸੈਸਮੈਂਟ ਦਾ ਪ੍ਰਾਇਮਰੀ ਯਾਨੀ ਮੁੱਖ ਮਕਸਦ ਕੀ ਹੈ? ਰੈਂਕਿੰਗ, ਸੁਧਾਰ ਲਈ ਫੀਡਬੈਕ ਦੇਣਾ, ਅਖੀਰ ਵਿੱਚ ਗ੍ਰੇਡ ਦੇਣਾ ਜਾਂ ਅਗਲੀ ਕਲਾਸ ਲਈ ਸਿਲੈਕਟ ਕਰਨਾ? ਸਹੀ ਜਵਾਬ ਹੈ B। ਕਿਉਂ? ਕਿਉਂਕਿ ਰੈਂਕਿੰਗ, ਗ੍ਰੇਡਿੰਗ ਤੇ ਸਿਲੈਕਸ਼ਨ ਇਹ ਸਾਰੇ ਜਜਮੈਂਟਲ ਕੰਮ ਨੇ। ਇਹ ਸਮਿਟਿਵ ਦਾ ਖੇਤਰ ਹੈ। ਅਗਲਾ ਸਵਾਲ, ਇਨ੍ਹਾਂ ਵਿੱਚੋਂ ਕਿਹੜਾ ਲੈਂਗੁਏਜ ਕਲਾਸ ਵਿੱਚ ਫਾਰਮੇਟਿਵ ਅਸੈਸਮੈਂਟ ਦਾ ਟੂਲ ਹੋਣ ਦੀ ਸੰਭਾਵਨਾ ਸਭ ਤੋਂ ਘੱਟ ਹੈ? ਪੋਰਟਫੋਲੀਓ, ਅਨੈਕਡੋਟਲ ਰਿਕਾਰਡਸ, ਐਂਡ ਆਫ ਟਰਮ ਐਗਜ਼ਾਮਸ ਜਾਂ ਆਬਜ਼ਰਵੇਸ਼ਨ ਸ਼ੈਡਿਊਲ? ਬਿਲਕੁਲ ਸਹੀ ਜਵਾਬ ਹੈ C। ਜਿਵੇਂ ਹੀ ਐਂਡ ਆਫ ਟਰਮ ਸ਼ਬਦ ਆ ਗਿਆ, ਇਸ ਸਮਿਟਿਵ ਦਾ ਪੱਕਾ ਸਿਗਨਲ ਹੈ। ਸਵਾਲ ਨੰਬਰ 3। ਸਟੋਰੀ ਸੁਣਨ ਤੋਂ ਬਾਅਦ ਟੀਚਰ ਬੱਚਿਆਂ ਨੂੰ ਸਟੋਰੀ ਦਾ ਐਂਡ ਬਦਲਣ ਲਈ ਕਹਿੰਦੀ ਹੈ। ਇਸ ਨਾਲ ਟੀਚਰ ਕੀ ਅਸੈਸ ਕਰ ਸਕਦੀ ਹੈ? ਮੈਮਰੀ, ਕ੍ਰੀਏਟਿਵਿਟੀ, ਸਾਫ਼ ਲਿਖਾਈ ਜਾਂ ਲਿਸਨਿੰਗ ਸਕਿੱਲਸ? ਦ ਕਰੈਕਟ ਆਂਸਰ ਇਜ਼ B, ਕ੍ਰੀਏਟਿਵਿਟੀ ਐਂਡ ਇਮੈਜਿਨੇਸ਼ਨ। क्यों? क्योंकि ये एक ओपन एंडेड टास्क है जो हायर ऑर्डर थिंकिंग ਨੂੰ ਅਸੈਸ ਕਰਦਾ ਹੈ, ਸਿਰਫ ਰੱਟੇ ਨੂੰ ਨਹੀਂ। ਇਹੀ ਚੰਗੀ ਫਾਰਮੇਟਿਵ ਐਕਟੀਵਿਟੀ ਦੀ ਨਿਸ਼ਾਨੀ ਹੈ। ਓਕੇ, ਨੈਕਸਟ ਵਨ। ਟੀਚਰ ਦੇਖਦੀ ਹੈ ਕਿ ਇੱਕ ਸਟੂਡੈਂਟ ਸਟਰਗਲ ਕਰ ਰਿਹਾ ਹੈ। ਸਭ ਤੋਂ ਵਧੀਆ ਫਾਰਮੇਟਿਵ ਐਕਸ਼ਨ ਕੀ ਹੋਵੇਗਾ? 50 ਪ੍ਰੈਕਟਿਸ ਕੁਐਸਚਨਸ ਦੇਣਾ, ਰੂਲਸ ਯਾਦ ਕਰਨ ਲਈ ਕਹਿਣਾ, ਟਾਰਗੇਟਡ ਮਿਨੀ ਲੈਸਨਸ ਤੇ ਫੀਡਬੈਕ ਦੇਣਾ ਜਾਂ ਧਿਆਨ ਦੇਣ ਲਈ ਕਹਿਣਾ? ਸਹੀ ਜਵਾਬ ਹੈ C। ਇਹੀ ਅਸਲੀ ਫਾਰਮੇਟਿਵ ਐਕਸ਼ਨ ਹੈ। ਪ੍ਰੋਬਲਮ ਨੂੰ ਡਾਇਗਨੋਸ ਕਰਕੇ ਉਸ ਦੇ ਹਿਸਾਬ ਨਾਲ ਸਪੈਸਿਫਿਕ ਐਕਸ਼ਨ ਲੈਣਾ। ਆਖਰੀ ਸਵਾਲ, ਸੈਲਫ ਅਸੈਸਮੈਂਟ ਤੇ ਪੀਅਰ ਅਸੈਸਮੈਂਟ ਫਾਰਮੇਟਿਵ ਵਿੱਚ ਜ਼ਰੂਰੀ ਕਿਉਂ ਨੇ? ਟੀਚਰ ਦਾ ਕੰਮ ਘਟਾਉਣ ਲਈ, ਨੰਬਰ ਲਾਉਣ ਲਈ, ਮੈਟਾਕੋਗਨੀਸ਼ਨ ਤੇ ਸੈਲਫ ਰੈਗੂਲੇਸ਼ਨ ਵਿਕਸਿਤ ਕਰਨ ਲਈ ਜਾਂ ਬੋਰਡ ਦਾ ਹੁਕਮ ਹੈ? ਦ ਕਲੀਅਰ ਵਿਨਰ ਇਜ਼ C। ਇਸ ਨਾਲ ਬੱਚਿਆਂ ਵਿੱਚ ਮੈਟਾਕੋਗਨੀਸ਼ਨ ਡਿਵੈਲਪ ਹੁੰਦਾ ਹੈ, ਯਾਨੀ ਥਿੰਕਿੰਗ ਅਬਾਊਟ ਵਨਜ਼ ਓਨ ਥਿੰਕਿੰਗ। ਉਹ ਆਪਣੀ ਲਰਨਿੰਗ ਦੀ ਜ਼ਿੰਮੇਵਾਰੀ ਲੈਣਾ ਸਿੱਖਦੇ ਨੇ। ਤਾਂ ਆਖਿਰ ਵਿੱਚ ਸਭ ਤੋਂ ਵੱਡਾ ਮਕਸਦ ਇਹੀ ਹੈ। ਟੀਚਰਸ ਦੇ ਤੌਰ ਤੇ ਆਪਾਂ ਸਿਰਫ ਨੰਬਰ ਨਹੀਂ ਵੰਡ ਰਹੇ। ਫਾਰਮੇਟਿਵ ਅਸੈਸਮੈਂਟ ਦਾ ਅਸਲੀ ਮਕਸਦ ਹੈ ਲਰਨਰ ਨੂੰ ਇੰਪਾਵਰ ਕਰਨਾ, ਉਹਨਾਂ ਨੂੰ ਸੈਲਫ ਰੈਗੂਲੇਟਿਡ ਬਣਾਉਣਾ ਤਾਂ ਕਿ ਉਹ ਆਪਣੀ ਲਰਨਿੰਗ ਦੇ ਸਫ਼ਰ ਦੇ ਮਾਲਿਕ ਖੁਦ ਬਣ ਸਕਣ। ਜੇ ਇਸ ਪੂਰੇ ਐਨਾਲਿਸਿਸ ਨੇ ਫਾਰਮੇਟਿਵ ਅਸੈਸਮੈਂਟ ਤੁਹਾਡੇ ਲਈ ਕ੍ਰਿਸਟਲ ਕਲੀਅਰ ਕਰ ਦਿੱਤਾ ਹੈ ਤਾਂ ਲਾਈਕ ਬਟਨ ਜ਼ਰੂਰ ਪ੍ਰੈਸ ਕਰਨਾ ਤੇ ਅਜਿਹੀਆਂ ਹੀ ਹੋਰ PYQ ਬੇਸਡ ਮਾਸਟਰ ਕਲਾਸਿਸ ਜੋ ਤੁਹਾਡੇ ਨੰਬਰ ਪੱਕੇ ਕਰਵਾਉਣ, ਉਹਨਾਂ ਲਈ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਹੁਣ ਤੁਹਾਡੀ ਵਾਰੀ। ਅਗਲਾ CDP ਦਾ ਕਿਹੜਾ ਟੌਪਿਕ ਹੈ ਜਿਸ ਨੂੰ ਆਪਾਂ ਡੀਕੋਡ ਕਰੀਏ? ਮੈਨੂੰ ਕਮੈਂਟਸ ਵਿੱਚ ਜ਼ਰੂਰ ਦੱਸਣਾ। ਤੇ ਹਾਂ, ਜੇ ਤੁਸੀਂ ਆਪਣੀ ਸਿਲੈਕਸ਼ਨ ਲਈ ਸੀਰੀਅਸ ਹੋ ਤਾਂ ਇਸ ਸੈਸ਼ਨ ਨੂੰ ਆਪਣੇ ਬਾਕੀ ਸੀਰੀਅਸ ਸਾਥੀਆਂ ਨਾਲ ਸ਼ੇਅਰ ਜ਼ਰੂਰ ਕਰਨਾ। ਮਿਲਦੇ ਹਾਂ ਅਗਲੀ ਮਾਸਟਰ ਕਲਾਸ ਵਿੱਚ।